ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਾਂ 1 ਅਪ੍ਰੈਲ ਆ ਓਕੇ 1 ਅਪ੍ਰੈਲ ਨੂੰ ਆਪਾਂ ਇਹ ਜਿਹੜੀ ਵੀਡੀਓ ਰਿਕਾਰਡ ਕਰ ਰਹੇ ਹਾਂ। ਤਾਂ ਅੱਜ ਆਪਾਂ ਇਹ ਕਰੰਟ ਦਾ ਟੌਪਿਕ ਰਹਿਣ ਵਾਲਾ। ਇਹਦੇ 'ਚ ਜਿੰਨੇ ਇੰਪੋਰਟੈਂਟ ਹੋਣਗੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸੂਗਾ, ਜਾਂ ਜੋ ਵੀ ਆਪਣਾ ਅੱਜ ਵੈਸੇ ਬੇਸਿਕਲੀ ਟੌਪਿਕ ਆਪਣਾ ਜਿਹੜਾ ਹੈਗਾ ਉਹ ਆਪਾਂ ਗੱਲ ਕਰਨੀ ਆ ਆਪਸਪਾ ਐਕਟ ਦੇ ਬਾਰੇ, ਠੀਕ ਆ। ਪਰ ਉਹ ਤੋਂ ਬਿਨਾਂ ਜਿਹੜੇ ਵੀ ਅੱਜ ਦੀ ਤਰੀਕ ਦੇ ਨਾਲ ਜਿਹੜੀਆਂ ਇੰਪੋਰਟੈਂਟ ਘਟਨਾ ਹੋਣਗੀਆਂ ਆਪਾਂ ਉਹਨਾਂ ਨੂੰ ਦੇਖਾਂਗੇ। ਉਹਨਾਂ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਕਰੰਟ ਖਬਰਾਂ ਨੇ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਇੱਕ ਵਾਰ ਤੋਂ ਝਾਤੀ ਮਰਾ ਦੇਣਾ। ਜਿਵੇਂ ਕਿ ਜਿਹੜੇ 31 ਮਾਰਚ ਨੂੰ ਆਪਣੇ ਠੇਕੇ ਟੁੱਟਦੇ ਨੇ, ਜਾਂ ਫਿਰ ਕਹਿੰਦੇ ਆ 31 ਮਾਰਚ ਨੂੰ, ਹੈ ਨਾ। ਤਾਂ ਉਹ ਚੀਜ਼ ਆ ਜਿਹੜੀ ਉਹ ਅੱਗੇ ਐਕਸਟੈਂਡ ਕਰਤੀ ਜੂਨ 30 ਤੱਕ। ਤਾਂ ਇੱਕ ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ। ਬਾਕੀ ਹਜੇ ਉਹ ਚੀਜ਼ਾਂ ਨੇ ਜਿਹੜੀਆਂ ਜਦੋਂ ਹੋਣਗੀਆਂ ਉਦੋਂ ਉਹਨਾਂ ਨੂੰ ਆਪਣਾ ਦੇਖਣ ਦਾ ਹੁੰਦਾ। ਵੈਸੇ ਹਣੇ ਜਿਵੇਂ ਆਪਣਾ ਹੁਣ ਚੱਲ ਰਿਹਾ, ਜਿਵੇਂ ਕਿ ਅਕਾਲ ਤਖਤ ਸਾਹਿਬ ਕਹਿ ਰਿਹਾ ਵੀ ਮਤਲਬ ਕਿ ਅਸੀਂ ਆਪਦਾ ਖੁਦ ਦਾ ਚੈਨਲ ਬਣਾਉਣਾ, ਤਾਂ ਉਹਦੇ ਲਈ ਸਾਨੂੰ ਪੈਸੇ ਚਾਹੀਦੇ ਆ। ਹਜੇ ਮਤਲਬ ਕਿ 200 ਕਰੋੜ ਰੁਪਈਆ ਸਾਡਾ ਲੱਗੂਗਾ ਜਾਣੀ ਕਿ ਉਹਦੇ 'ਤੇ। ਤਾਂ ਉਹਨਾਂ ਦੀ ਇਹ ਚੀਜ਼ ਆ। ਬਾਕੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇਹਦੀ ਤੁਸੀਂ ਖਬਰ ਸੁਣੀ ਹੋਊਗੀ ਵੀ 800 ਰੁਪਈਆ 10ਵੀਂ ਅਤੇ 12ਵੀਂ ਦੇ ਸਰਟੀਫਿਕੇਟ ਲੈਣ ਦੇ ਲਈ ਜਿਹੜਾ ਉਹਨਾਂ ਨੂੰ ਚਾਹੀਦਾ ਗਾ। ਔਰ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਸੀ ਉਹ 988 ਕਰੋੜ ਅਪਰੋਕਸ ਸੀਗਾ। ਤਾਂ ਇੱਕ ਇਹ ਚੀਜ਼ ਆ। ਇਹ ਤਾਂ ਸੀਗੀਆਂ ਜਿਹੜੀਆਂ ਇੰਪੋਰਟੈਂਟ ਆਪਣੇ ਮਤਲਬ ਕਿ ਮੋਟੀਆਂ ਖਬਰਾਂ ਸੀਗੀਆਂ ਪੰਜਾਬ ਦੀਆਂ। ਬਾਕੀ ਆਪਣੇ ਪੰਜਾਬ ਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਦਾ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ, ਹਰਪਾਲ ਚੀਮਾ, ਓਕੇ। ਤਾਂ ਇਹ ਖਬਰਾਂ ਦੇ ਵਿੱਚ ਰਹੇ ਸੀ ਕਿਉਂਕਿ ਇਹਨਾਂ ਨੇ ਕਿਤੇ ਰੇਡ ਕੀਤੀ ਸੀਗੀ, ਉੱਥੇ ਜਿਹੜੇ ਮੌਜੂਦਾ ਤਹਿਸੀਲਦਾਰ ਵਗੈਰਾ ਸੀਗੇ ਉਹ ਨਾਇਬ ਤਹਿਸੀਲਦਾਰ ਐਬਸੈਂਟ ਪਾਏ ਗਏ। ਤਾਂ ਇਹ ਚੀਜ਼ ਸੀਗੀ। ਟਰਾਂਸਪੋਰਟ ਮਿਨਿਸਟਰ ਆਪਣੇ ਹੈਗੇ ਨੇ ਲਾਲਜੀਤ ਸਿੰਘ ਭੁੱਲਰ, ਔਰ ਫਾਈਨਾਂਸ ਮਿਨਿਸਟਰ ਹੈਗੇ ਨੇ ਆਪਣੇ ਹਰਪਾਲ ਚੀਮਾ, ਗਵਰਨਰ ਹੈਗੇ ਨੇ ਬਨਵਾਰੀ ਲਾਲ ਪੁਰੋਹਿਤ। ਤਾਂ ਤਿੰਨ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ। ਬਾਕੀ ਆਪਾਂ ਡੇਲੀ ਇਹ ਚੀਜ਼ ਆ ਜਿਹੜੀ ਕਵਰ ਕਰਿਆ ਕਰਨੀ ਆ, 2-3 ਮਿਨਿਸਟਰ ਦੇ ਨੇਮ, ਤਾਂ ਜੋ ਆਪਣਾ ਤੁਹਾਨੂੰ ਮਿਨਿਸਟਰਾਂ ਬਾਰੇ ਕੋਈ ਦਿੱਕਤ ਨਾ ਰਹੇ। ਅੱਜ ਦੇਖੋ 1 ਅਪ੍ਰੈਲ ਆ, ਤੁਸੀਂ ਸਭ ਨੂੰ ਤਕਰੀਬਨ ਇਹ ਪਤਾ ਵੀ ਅੱਜ ਅਪ੍ਰੈਲ ਫੂਲ ਆ। ਇੱਕ ਦੂਜੇ ਨੂੰ ਆਪਾਂ ਮਜ਼ਾਕ ਕਰਦੇ ਹਾਂ, ਕਿਸੇ ਨੂੰ ਆਪਾਂ ਕਹਿੰਦੇ ਹਾਂ ਵੀ ਉਹਨੂੰ ਫੂਲ ਬਣਾਤਾ। ਬਟ ਜਿਹੜੇ ਕਿਸੇ ਐਗਜ਼ਾਮ ਦੀ ਤਿਆਰੀ ਕਰਦੇ ਆ ਉਹਨਾਂ ਲਈ ਇਹ ਦਿਨ ਅਪ੍ਰੈਲ ਫੂਲ ਤੋਂ ਹਟ ਕੇ 2-4 ਚੀਜ਼ਾਂ ਹੋਰ ਨੇ ਜਿਨ੍ਹਾਂ ਦੇ ਕਰਕੇ ਇੰਪੋਰਟੈਂਟ ਹੁੰਦਾ, ਉਹਨਾਂ ਨੂੰ ਆਪਾਂ ਦੇਖਾਂਗੇ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਤਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੈਨ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਦੇਖੋ ਅੱਜ ਹੈਗੀ ਹੈ 1 ਅਪ੍ਰੈਲ। ਤਾਂ ਹਰ ਸਾਲ ਉਤਕਲ ਦਿਵਸ ਜਾਂ ਫਿਰ ਉਤਕਲ ਦਿਵਸ ਔਰ ਉੜੀਸਾ ਡੇ ਇਹ ਹਰ ਸਾਲ ਮਨਾਇਆ ਜਾਂਦਾ। ਇਹ ਤੁਸੀਂ ਦੇਖ ਲਿਆ ਹੋਊ। ਅੱਗੇ ਦੇਖੋ ਆਹ ਆਪਣੇ ਇੰਡੀਆ ਦਾ ਮੈਪ ਆ, ਆਹ ਆਪਣੀ ਨਵੀਂ ਦਿੱਲੀ ਆ, ਇੱਥੇ ਆਪਣਾ ਪੰਜਾਬ ਆ, ਇੱਧਰ ਪਾਕਿਸਤਾਨ, ਔਰ ਆਹ ਆਪਣਾ ਹੈਗਾ ਉੜੀਸਾ ਦਾ ਮੈਪ। ਇੱਧਰ ਆਪਣਾ BOB ਜਾਣੀ ਕਿ ਬੇ ਆਫ ਬੰਗਾਲ, ਇੱਧਰ ਅਰਬ ਸਾਗਰ, ਔਰ ਨੀਚੇ ਆਪਣਾ ਇੰਡੀਅਨ ਓਸ਼ੀਅਨ। ਤਾਂ ਜਿੱਥੇ ਆ ਤਿੰਨੇ ਪਾਣੀ ਇਕੱਠੇ ਹੁੰਦੇ ਆ, ਆਹ ਏਰੀਆ ਜਿੱਥੇ ਨੀਚੇ ਡਰॉ ਕੀਤਾ ਜਾ ਰਿਹਾ ਬਾਕਸ ਦੇ ਵਿੱਚ, ਇਹਨੂੰ ਕਿਹਾ ਜਾਂਦਾ ਨੀਲਗਿਰੀ ਹਿਲਸ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਆਪਣਾ ਇੱਕ ਰਫਲੀ ਮੈਪ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਜਦੋਂ ਵੀ ਮੈਪ ਦੇਖੋ ਤਾਂ ਤੁਸੀਂ ਮੋਟੀਆਂ ਚੀਜ਼ਾਂ ਹਰ ਵਾਰ ਉਹਦੇ 'ਤੇ ਨੋਟ ਕਰਨੀਆਂ। ਜਿਵੇਂ ਕਿ ਇੱਧਰ ਕਿਹੜੀ ਕੰਟਰੀ ਗਵਾਂਢੀ ਆ, ਉੱਧਰ ਕਿਹੜਾ ਕੰਟਰੀ ਆ, ਜਾਂ ਫਿਰ ਸਟੇਟਸ ਕਿੱਥੇ ਨੇ, ਆ ਸਮੁੰਦਰਾਂ ਦੇ ਨਾਮ, ਓਸ਼ੀਅਨ ਦੇ ਨਾਮ, ਚੈਨਲਸ ਦੇ ਨੇਮ। ਤਾਂ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਫਿਰ ਤੁਸੀਂ ਮੈਪ ਦੇ ਨਾਲ ਫੈਮਲੀਅਰ ਹੋ ਜਾਓਗੇ, ਓਕੇ। ਤਾਂ ਆਹ ਆਪਣਾ ਉੜੀਸਾ ਦਾ ਮੈਪ ਆ ਜਿਹੜਾ ਤੁਸੀਂ ਦੇਖ ਸਕਦੇ ਹੋ। ਔਰ ਆਹ ਇੱਕ ਇੱਥੇ ਬਾਲਾਸੋਰ ਆ ਜਿਹੜਾ ਇੱਥੇ ਚਾਂਦੀਪੁਰ ਆ। ਤਾਂ ਚਾਂਦੀਪੁਰ ਤੋਂ ਇੱਥੇ ਹੁਣੇ DRDO ਨੇ ਮਤਲਬ ਕਿ 2-3 ਦਿਨਾਂ ਦੇ ਵਿੱਚ ਇੱਥੋਂ 2 ਮਿਜ਼ਾਈਲ ਨੇ ਜਿਹੜੀਆਂ ਉਹਨਾਂ ਦਾ ਪਰੀਖਣ ਕੀਤਾ ਗਿਆ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਆ। ਤਾਂ ਹੁਣ ਅੱਗੇ ਦੇਖੋ ਆਪਾਂ ਹੁਣ ਕਰਦੇ ਹਾਂ ਉੜੀਸਾ ਦੇ ਬਾਰੇ ਕੁਝ ਕੁ ਫੈਕਟ ਨੇ ਜਿਨ੍ਹਾਂ ਨੂੰ ਤੁਸੀਂ ਦੇਖੋ। ਤਾਂ ਹਰ ਸਾਲ ਇਹ ਕਦੋਂ ਮਨਾਇਆ ਜਾਂਦਾ? 1 ਅਪ੍ਰੈਲ ਨੂੰ, 1 ਅਪ੍ਰੈਲ ਨੂੰ ਹਰ ਸਾਲ। ਤਾਂ ਉੜੀਸਾ ਸਟੇਟ ਕਾਫੀ ਸਟਰਗਲ ਕੀਤਾ ਇਹਨੇ ਮਤਲਬ ਕਿ ਇੰਡੀਪੈਂਡੈਂਟ ਸਟੇਟ ਬਣਨ ਦੇ ਲਈ। ਇੱਕ ਤੁਸੀਂ ਇਹਨੂੰ ਧਿਆਨ 'ਚ ਦਿਓ, ਇਹਦਾ ਪਹਿਲਾ ਨੇਮ ਸੀ ਉੜੀਸਾ ਸੀ, ਮਤਲਬ ਕਿ ਆਪਾਂ ਉੜੀਸਾ ਇਹਨੂੰ ਬਾਅਦ ਦੇ ਵਿੱਚ ਕਹਿਣ ਲੱਗੇ ਹਾਂ। ਤਾਂ ਇਹ ਉਹਦਾ ਅਮੈਂਡਮੈਂਟ ਹੋਈ ਸੀ 113ਵੀਂ ਅਮੈਂਡਮੈਂਟ, ਮਾਰਚ 2010 ਦੇ ਵਿੱਚ ਇਹਦਾ ਨੇਮ ਬਦਲ ਕੇ ਉੜੀਸਾ ਕਰਤਾ ਸੀ। ਤਾਂ ਆਹ 2 ਗੱਲਾਂ ਤੁਹਾਨੂੰ ਧਿਆਨ ਦੇ ਵਿੱਚ ਹੋ ਗਈਆਂ ਵੀ 1 ਅਪ੍ਰੈਲ ਨੂੰ ਕਿਹੜਾ ਦਿਨ ਮਨਾਇਆ ਜਾਂਦਾ। ਜਿਵੇਂ ਕਿ ਆਪਾਂ ਕੱਲ੍ਹ ਪਰਸੋਂ ਕੀਤਾ ਸੀਗਾ ਰਾਜਸਥਾਨ ਡੇ ਸੀ, ਔਰ ਅੱਜ ਆਪਾਂ 1 ਅਪ੍ਰੈਲ ਨੂੰ ਕਰ ਰਹੇ ਹਾਂ ਉੜੀਸਾ ਡੇ। ਤਾਂ 113ਵੀਂ ਅਮੈਂਡਮੈਂਟ ਹੋਈ 2011 ਦੇ ਵਿੱਚ, ਇਹਦਾ ਨੇਮ ਆ ਜਿਹੜਾ ਉਹ ਚੇਂਜ ਹੋ ਗਿਆ ਸੀਗਾ। ਤਾਂ ਇਹਨੂੰ ਕਲਿੰਗਾ ਵਾਰ ਹੋਈ ਸੀ ਜਿਹੜੀ, ਉਹ ਵੀ ਇੱਥੇ ਹੋਈ ਸੀ। ਕਲਿੰਗਾ ਵਾਰ ਕਿਹਨੇ ਕੀਤੀ ਸੀ? ਕਿੰਗ ਅਸ਼ੋਕ ਨੇ। ਔਰ ਇਹਦੇ ਲਈ ਇਹੀ ਮਤਲਬ ਕਿ ਟਰਨਿੰਗ ਵਾਰ ਸੀਗੀ। ਇਹਨੇ ਅਸ਼ੋਕ ਨੂੰ ਬਿਲਕੁਲ ਚੇਂਜ ਕਰਤਾ ਸੀਗਾ ਵੀ ਅੱਜ ਤੋਂ ਬਾਅਦ ਮੈਂ ਜਿਹੜੇ ਯੁੱਧ ਨੇ ਉਹ ਨਹੀਂ ਕਰਨੇ, ਕਿਉਂਕਿ ਇਹਨੇ ਇੰਨਾ ਖੂਨ ਖਰਾਬਾ ਇਹਦੇ 'ਚ ਦੇਖਿਆ ਅਤੇ ਇਹਦਾ ਜਿਹੜਾ ਮਾਈਂਡ ਸੀਗਾ ਅੰਦਰੋਂ ਮਾਈਂਡਸੈਟ ਬਿਲਕੁਲ ਚੇਂਜ ਹੋ ਗਿਆ। ਤਾਂ 260 BC ਦੇ ਵਿੱਚ ਹੋਈ ਸੀ।
ਜਦੋਂ ਇਹਦੇ 'ਚ 1803 ਦੇ ਇਰਦ ਗਿਰਦ ਇਹਦੇ 'ਚ ਵੰਡ ਪਈ, ਠੀਕ ਆ। ਤਾਂ ਜਦੋਂ ਇਹਦੇ 'ਚ ਵੰਡ ਪਈ ਉੜੀਸਾ ਦੇ ਵਿੱਚ 1803 ਦੇ ਵਿੱਚ, ਤਾਂ ਇਹਦੇ ਵਿੱਚੋਂ ਜਿਹੜਾ ਤਾਂ ਇਹਦਾ ਵੈਸਟਰਨ ਅਤੇ ਨਦਰਨ ਡਿਸਟ੍ਰਿਕਟ ਸੀਗੇ ਉਹ ਤਾਂ ਬੰਗਾਲ ਦਾ ਪਾਰਟ ਬਣ ਗਏ, ਅਤੇ ਜਿਹੜਾ ਇਹਦਾ ਕੋਸਟਲ ਰੀਜਨ ਸੀਗਾ ਉਹਨਾਂ ਤੋਂ ਬਿਹਾਰ ਅਤੇ ਉੜੀਸਾ, ਜਾਣੀ ਕਿ ਜਿਹਨੂੰ ਆਪਾਂ ਹੁਣ ਉਦੋਂ ਕਹਿੰਦੇ, ਉਦੋਂ ਉੜੀਸਾ ਕਹਿੰਦੇ ਸੀ, ਹੁਣ ਆਪਾਂ ਉੜੀਸਾ ਕਹਿ ਰਹੇ ਹਾਂ, ਇਹ ਫਾਰਮ ਹੋ ਗਏ ਸੀਗੇ, ਠੀਕ ਆ। ਜਦੋਂ ਇਹ ਪ੍ਰੋਵਿੰਸ ਬਣਿਆ ਤਾਂ ਉਹ ਬਣਿਆ ਸੀ 1 ਅਪ੍ਰੈਲ 1937 ਨੂੰ, ਤਾਂ ਕਰਕੇ ਇਹਨੂੰ ਇਹ 1 ਅਪ੍ਰੈਲ ਨੂੰ ਇਹ ਕੀ ਕਰਦੇ ਨੇ, ਉੜੀਸਾ ਡੇ ਦੇ ਵਜੋਂ ਮਨਾਉਂਦੇ ਆ। ਇੱਕ ਤੁਸੀਂ ਇਹਦੀ ਰਾਜਧਾਨੀ ਪੇਪਰ ਦੇ ਲਈ ਧਿਆਨ ਦੇ ਵਿੱਚ ਰੱਖਣੀ ਆ, ਇਹਦੀ ਪੁਰਾਣੀ ਕੈਪੀਟਲ ਸੀ ਕਟਕ, ਔਰ ਜਿਹੜੀ ਇਹਦੀ ਹੁਣ ਕੈਪੀਟਲ ਆ ਉਹ ਹੈਗੀ ਆ ਭੁਵਨੇਸ਼ਵਰ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਓਕੇ। ਤਾਂ ਜਿਵੇਂ ਕਿ ਆਹ ਵਾਲੀ ਦੇਖੋ ਤੁਸੀਂ, ਆਹ ਇੱਥੇ ਹੈਗੀ ਆ, ਆਹ ਵਾਲਾ ਕਟਕ ਹੈ ਇਹਦਾ, ਓਕੇ। ਔਰ ਇਹਦੇ 'ਤੇ ਤੁਸੀਂ ਦੇਖ ਲਓ, ਆਹ ਇੱਥੇ ਇਹਦੀ ਕੈਪੀਟਲ ਆ ਭੁਵਨੇਸ਼ਵਰ, ਠੀਕ ਆ। ਬਾਅਦ 'ਚ ਤੁਸੀਂ ਉਹ 'ਤੇ ਫਾਈਂਡ ਕਰ ਲਿਓ, ਮੈਂ ਤੁਹਾਨੂੰ ਇੱਕ ਰਫਲੀ ਜਿਹਾ ਮੈਪ ਇਹਦਾ ਦਿਖਾ ਰਿਹਾ, ਓਕੇ। ਇੱਥੋਂ ਤੱਕ ਕਲੀਅਰ ਆ। ਬਾਕੀ ਜੇ ਆਪਾਂ ਦੇਖੀਏ ਟਰਾਈਬ ਪਾਪੂਲੇਸ਼ਨ ਦੇ ਬੇਸ 'ਤੇ, ਤਾਂ ਇਹ 3rd ਸਟੇਟ ਆਪਣੀ ਕੰਟਰੀ ਦੇ ਵਿੱਚੋਂ ਜਿੱਥੇ ਮਤਲਬ ਕਿ ਟਰਾਈਬ ਪਾਪੂਲੇਸ਼ਨ ਹੈਗੀ ਆ, ਔਰ ਇਹਦਾ 31% ਤੋਂ ਜ਼ਿਆਦਾ ਏਰੀਆ ਜਿਹੜਾ ਉਹ ਕਵਰ ਕੀਤਾ ਵਾ ਫੋਰੈਸਟਸ ਨੇ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਹੁਣ ਬੇਸਿਕਲੀ ਆਪਾਂ ਜਿਹੜੀ ਚੀਜ਼ ਦੇਖਣੀ ਆ, ਉੜੀਸਾ ਦਾ ਗਵਰਨਰ ਗਣੇਸ਼ੀ ਲਾਲ ਜੀ ਨੇ, ਔਰ ਇੱਥੋਂ ਦੇ CM ਨਵੀਨ ਪਟਨਾਇਕ ਨੇ। ਤਾਂ ਇਹ ਸੀਗੇ ਉੜੀਸਾ ਦੇ ਬਾਰੇ ਇੱਕ ਬੇਸਿਕ ਫੈਕਟ। ਤਾਂ ਹੋਰ ਇਹਦੇ ਨਾਲ ਕਰੰਟ ਦੇ ਵਿੱਚ ਜਿਹੜੇ ਮਤਲਬ ਕਿ ਚਰਚਾ ਦੇ ਵਿੱਚ ਰਹੇ, ਜਿਵੇਂ ਕਿ ਇੱਕ ਹੁਣ ਸਾਈਕਲੋਨ ਆਇਆ ਸੀ ਆਸਾਨੀ ਨਾਮ ਦਾ, ਵੈਸਟ ਬੰਗਾਲ ਉੜੀਸਾ ਦੇ ਵਿੱਚ ਵੀ ਮਤਲਬ ਕਿ ਕਾਫੀ ਉਹਨੇ ਖਲਬਲੀ ਮਚਾਈ ਸੀ। ਅਤੇ ਤੁਸੀਂ ਦੱਸਣਾ ਵੀ ਉਹ ਆਸਾਨੀ ਜਿਹੜਾ ਆਇਆ ਸੀ ਉਹਦਾ ਨੇਮ ਅਲੱਗ-ਅਲੱਗ ਕੰਟਰੀਜ਼ ਦੁਆਰਾ ਦਿੱਤਾ ਜਾਂਦਾ ਹੁੰਦਾ, ਅਤੇ ਇਸ ਵਾਰੀ ਜਿਹੜਾ ਉਹਦਾ ਨਾਮ ਦਿੱਤਾ ਗਿਆ ਸੀ ਆਸਾਨੀ, ਉਹ ਕਿਹੜੀ ਕੰਟਰੀ ਨੇ ਉਹਦਾ ਜਿਹੜਾ ਨੇਮ ਆ ਉਹ ਦਿੱਤਾ ਗਾ। ਬਾਕੀ ਜਿਹੜਾ ਮਿਸ਼ਨ ਚੱਲਦਾ ਇੰਦਰਧਨੁਸ਼, ਉਹਦੇ 'ਚ ਵੀ ਟੌਪ ਕੀਤਾ ਸੀਗਾ ਉੜੀਸਾ ਨੇ, ਕਿਉਂਕਿ 90 ਪੁਆਇੰਟ ਸਮਥਿੰਗ ਕੁਛ % ਇੰਨਿਆਂ ਨੂੰ ਇਹਨਾਂ ਨੇ ਵੈਕਸੀਨੇਸ਼ਨ ਕੀਤੀ ਸੀ। ਔਰ ਇਹ ਸਰਵੇ ਕੀਤਾ ਗਿਆ ਸੀ ਨੈਸ਼ਨਲ ਫੈਮਿਲੀ ਹੈਲਥ ਸਰਵੇ 5th, ਤਾਂ ਇਹਨਾਂ ਦੇ ਦੁਆਰਾ ਇਹ ਹੋਇਆ ਸੀ। ਉਮੀਦ ਕਰਦਾ ਵੀ ਤੁਹਾਨੂੰ ਉੜੀਸਾ ਨੂੰ ਲੈ ਕੇ ਆਹ ਫੈਕਟ ਆ ਜਿਹੜੇ ਅੱਜ ਦੇ ਉੜੀਸਾ ਡੇ ਨੂੰ ਲੈ ਕੇ ਕਲੀਅਰ ਹੋਣਗੇ। ਔਰ ਇਹਨਾਂ ਦੀ 2010 ਦੇ ਵਿੱਚ ਭਾਸ਼ਾ ਵੀ ਸੀ ਜਿਹੜੀ ਉਹ ਊਰੀਆ ਤੋਂ ਊੜੀਆ ਕਰਤੀ ਸੀਗੀ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ 1 ਅਪ੍ਰੈਲ ਤੋਂ ਲੈ ਕੇ, ਠੀਕ ਆ, 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਕਿਹੜਾ ਵੀਕ, ਇੱਕ ਵੀਕ ਹੀ ਮਤਲਬ ਕਿ ਇਹਦੇ ਲਈ ਔਰਗਨਾਈਜ਼ ਕੀਤਾ ਜਾਂਦਾ, ਜਾਂ ਫਿਰ ਕਾਫੀ ਪ੍ਰਬੰਧ ਕੀਤੇ ਜਾਂਦੇ ਇਹਦੇ ਲਈ। ਪ੍ਰੀਵੈਂਸ਼ਨ ਹੁੰਦੀ ਆ ਰੋਕਥਾਮ, ਪ੍ਰੀਵੈਂਸ਼ਨ ਆਫ ਬਲਾਈਂਡਨੈਸ, ਅੰਨਾਪਣਾ ਜਿਹੜਾ ਉਹਨੂੰ ਰੋਕਣ ਦੇ ਲਈ, ਉਹਦੇ ਕਾਰਨ ਵਗੈਰਾ ਤੋਂ ਅਵੇਅਰ ਕਰਵਾਉਣ ਦੇ ਲਈ ਲੋਕਾਂ ਨੂੰ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਜਿਹੜਾ ਇਹ ਵੀਕ ਆ, ਇਹ ਪ੍ਰੀਵੈਂਸ਼ਨ ਆਫ ਬਲਾਈਂਡਨੈਸ ਵੀਕ ਆ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਲੋਕਾਂ ਨੂੰ ਅਪ੍ਰੈਲ ਫੂਲ ਬਣਾਉਂਦੇ ਖੁਦ ਨਾ ਬਣ ਜਾਓ ਪੇਪਰ ਦੇ ਵਿੱਚ, ਹੁਣ ਤੁਹਾਨੂੰ ਇਹੋ ਜਿਹਾ ਕੁਐਸਚਨ ਆ ਗਿਆ ਦੈਨ ਫਿਰ ਤੁਹਾਡਾ ਅਪ੍ਰੈਲ ਫੂਲ ਉਦੋਂ ਬਣ ਜੇ। ਤਾਂ ਤੁਸੀਂ ਇਹ ਚੀਜ਼ਾਂ ਨੂੰ ਹੁਣ ਧਿਆਨ ਦੇ ਵਿੱਚ ਰੱਖਦੇ ਹੋਏ ਚੱਲਣਾ। 1 ਅਪ੍ਰੈਲ ਜਿਹੜਾ ਆਪਾਂ 1 ਅਪ੍ਰੈਲ ਆਪਣਾ ਮਨਾਉਂਦੇ ਹਾਂ, ਅਪ੍ਰੈਲ ਫੂਲ ਮਨਾਉਂਦੇ ਹਾਂ, ਤਾਂ ਉਹਦੇ ਬਾਰੇ ਵੀ ਤੁਹਾਨੂੰ ਥੋੜ੍ਹਾ ਬਹੁਤਾ ਹਿਸਟਰੀ ਪਤਾ ਹੋਣੀ ਚਾਹੀਦੀ ਹੈ, ਉਹਨੂੰ ਗੂਗਲ ਕਰਿਓ। ਤਾਂ ਉਹਦੇ ਬਾਰੇ ਵੈਸੇ ਕੋਈ ਪੱਕਾ ਮਤ ਤਾਂ ਹੈ ਨਹੀਂ ਆ, ਕਈ ਵਾਰੀ ਆਉਂਦਾ ਵੀ ਮਤਲਬ ਕਿ ਉਹ ਜਦੋਂ ਜੂਲੀਅਨ ਕੈਲੰਡਰ ਤੋਂ ਪੋਪ ਗ੍ਰਗੋਰੀਅਨ ਕੈਲੰਡਰ 'ਤੇ ਸ਼ਿਫਟ ਹੋਏ ਸੀ, ਦੈਨ ਉਦੋਂ ਤੋਂ ਉਹ ਹੋ ਰਿਹਾ। ਤਾਂ 1 ਅਪ੍ਰੈਲ ਤੋਂ 7 ਅਪ੍ਰੈਲ ਤੱਕ ਸਪਰੈਡ ਅਵੇਅਰਨੈਸ ਅਗੇਂਸਟ ਦਾ ਕਾਜ਼ ਆਫ ਬਲਾਈਂਡਨੈਸ ਐਂਡ ਦਾ ਵੇਜ਼ ਟੂ ਪ੍ਰੀਵੈਂਟ ਦੈਮ। ਤਕਰੀਬਨ 10 ਮਿਲੀਅਨ ਪਰਸਨ ਨੇ ਜਿਹੜੇ ਮਤਲਬ ਕਿ ਵਰਲਡ ਦੇ ਵਿੱਚ, ਇਦੋਂ ਜ਼ਿਆਦਾ ਨੇ ਜਿਹੜੇ ਤਕਰੀਬਨ ਉਹ ਇਸ ਬਿਮਾਰੀ ਤੋਂ ਪੀੜਤ ਨੇ। ਤਾਂ ਜਿਹੜਾ ਆਪਣਾ ਅੱਜ ਦਾ ਮੁੱਦਾ ਗਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਆਪਾਂ ਗੱਲ ਕਰਾਂਗੇ ਆਪਸਪਾ ਐਕਟ ਦੀ। ਤਾਂ ਹੁਣ ਆਪਾਂ ਦੇਖਾਂਗੇ ਵੀ ਵਾਈ ਨਿਊਜ਼, ਤਾਂ ਇਹ ਚਰਚਾ ਦੇ ਵਿੱਚ ਰਿਹਾ ਸੀਗਾ ਕਿਉਂ। ਤਾਂ ਏਰੀਆ ਅੰਡਰ ਆਪਸਪਾ ਇਨ ਅਸਾਮ, ਨਾਗਾਲੈਂਡ, ਮਨੀਪੁਰ ਰਿਡਿਊਸਡ ਸੇ ਅਮਿਤ ਸ਼ਾਹ ਨੇ ਆਪਣੇ ਹੋਮ ਮਿਨਿਸਟਰ। ਤਾਂ ਇਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਏਰੀਆ ਗਾ ਉਹਨੂੰ ਅਸੀਂ ਕੀ ਕਰ ਰਹੇ ਹਾਂ, ਰਿਡਿਊਸ ਕੀਤਾ ਜਾ ਰਿਹਾ। ਤਾਂ ਜੇ ਉਹ ਰਿਡਿਊਸ ਕੀਤਾ ਜਾ ਰਿਹਾ ਤਾਂ ਉਹਦੇ ਕਰਕੇ ਅਸੀਂ ਇਹਨੂੰ ਕੀ ਕਰ ਰਹੇ ਹਾਂ ਹੁਣ ਦੇਖਾਂਗੇ, ਓਕੇ। ਤਾਂ ਹੁਣ ਦੇਖੋ ਸਾਰਿਆਂ ਨੂੰ ਪਹਿਲਾਂ ਜੇ ਆਪਾਂ ਦੇਖਾਂਗੇ ਵੀ ਆਪਸਪਾ, ਇਹਦੀ ਫੁੱਲ ਫਾਰਮ ਆਰਮਡ ਫੋਰਸ ਸਪੈਸ਼ਲ ਪਾਵਰਸ ਐਕਟ। ਤਾਂ ਇਹ ਕੀ ਆ, ਇਹਦੇ ਪ੍ਰੋਵੀਜ਼ਨ ਕੀ ਨੇ, ਕੰਟਰੋਵਰਸੀ ਕੀ ਰਹੀ ਹੈ ਇਹਦੇ ਨਾਲ ਹਮੇਸ਼ਾ ਤੋਂ। ਔਰ ਦੇਖੋ ਇਹ ਨਾਰਦਰਨ ਈਸਟਰਨ ਸਟੇਟਸ ਦੇ ਵਿੱਚ ਹੀ ਜ਼ਿਆਦਾਤਰ ਅਪਲਾਈ ਹੋਇਆ ਵਾ, ਉਧਰ ਹੀ ਕੰਟਰੋਵਰਸੀਅਲ ਮੁੱਦਾ ਰਹਿੰਦਾ ਇਹ, ਪਹਿਲਾਂ ਵੀ ਰਿਹਾ ਸੀ ਜਦੋਂ ਨਾਗਾਲੈਂਡ ਦੇ ਵਿੱਚ 14 ਸਿਵਲੀਅਨ ਸੀਗੇ ਜਿਹੜੇ ਉਹ ਮਾਰੇ ਗਏ ਸੀਗੇ ਮੋਨ ਡਿਸਟ੍ਰਿਕਟ ਦੇ ਵਿੱਚ। ਤਾਂ ਕਰਕੇ ਇਹ ਉਦੋਂ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਸੀ। ਤਾਂ ਇਹ ਜਦੋਂ ਆਹ ਵਾਲੀ ਘਟਨਾ ਹੋਈ ਸੀ, ਤਾਂ ਇਹਦੇ ਲਈ ਮੈਂ ਤੁਹਾਨੂੰ ਸਪੈਸ਼ਲ ਤੋਂ ਇਹਦੇ ਬਾਰੇ ਇੱਕ ਵੀਡੀਓ ਆਪਣੇ ਚੈਨਲ ਦੇ ਉੱਤੇ ਪਈ ਆ ਆਪਸਪਾ ਐਕਟ ਦੇ ਬਾਰੇ, ਤੁਸੀਂ ਉਹਨੂੰ ਸਰਚ ਕਰ ਸਕਦੇ ਹੋ, ਆਪਸਪਾ ਬਾਈ ਪ੍ਰੀਤ ਐਜੂਕੇਸ਼ਨ। ਤਾਂ ਤੁਹਾਨੂੰ ਉਹ ਵੀਡੀਓ ਵੀ ਮਿਲ ਜੂਗੀ, ਉਹਦੇ 'ਚ ਮੈਂ ਇਹਨੂੰ ਪ੍ਰੋਪਰ ਐਕਸਪਲੇਨ ਕੀਤਾ। ਬਾਕੀ ਇਹਦੇ ਬਾਰੇ ਜਿੰਨੀ ਜਾਣਕਾਰੀ ਹੋਊਗੀ ਅੱਜ ਵੀ ਮੈਂ ਤੁਹਾਨੂੰ ਟੂ ਦਾ ਪੁਆਇੰਟ ਜਾਣਕਾਰੀ ਹੈ ਜਿਹੜੀ ਉਹ ਡਿਲੀਵਰ ਕਰੂੰਗਾ। ਬਾਕੀ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ। ਦੇਖੋ ਅਮਿਤ ਸ਼ਾਹ ਜੀ ਨੇ ਕਿਹਾ, ਉਹ ਕਹਿੰਦੇ ਵੀ ਰਿਡਿਊਸ ਕਰ ਰਹੇ ਨੇ ਆਪਸਪਾ ਨੂੰ, ਨਾਰਦਰਨ ਈਸਟਰਨ ਉੱਧਰੋਂ
ਕਿਉਂ? ਕਿਉਂਕਿ ਇੰਪਰੂਵ ਹੋ ਗਿਆ ਸਿਕਿਉਰਿਟੀ ਸਿਚੁਏਸ਼ਨ, ਉਹ ਸੁਧਰ ਗਈ ਉੱਥੇ ਕਾਫੀ, ਤਾਂ ਕਰਕੇ ਡਿਵੈਲਪਮੈਂਟ ਹੋ ਗਈ। ਅਸੀਂ ਉੱਥੋਂ ਇਹ ਵਾਲਾ ਜਿਹੜਾ ਲੱਗਿਆ ਹੋਇਆ ਐਕਟ ਇਹਦਾ ਏਰੀਆ ਰਿਡਿਊਸ ਕਰ ਰਹੇ ਹਾਂ। ਓਕੇ, ਤਾਂ ਇਹ ਵਾਲਾ ਐਕਟ ਤੁਹਾਨੂੰ ਪਤਾ ਲੱਗ ਗਿਆ। ਨਾਗਾਲੈਂਡ, ਅਸਾਮ, ਮਣੀਪੁਰ ਦੇ ਵਿੱਚੋਂ ਏਰੀਆ ਗਾ ਜਿਹੜਾ ਉਹ ਕਈ ਦਹਾਕਿਆਂ ਤੋਂ ਬਾਅਦ ਉੱਥੇ ਜਿਹੜੀ ਕੰਡੀਸ਼ਨ ਆ ਇਹ ਕਹਿੰਦੇ ਨੇ ਵੀ ਉੱਥੇ ਸੁਧਰ ਗਈ ਆ। ਤਾਂ ਹੁਣ ਕਿੱਥੋਂ ਕਿੱਥੋਂ ਹਟਾਇਆ ਗਿਆ, ਇਹ ਤੁਹਾਡੇ ਲਈ ਇੰਪੋਰਟੈਂਟ ਫੈਕਟ ਹੈ, ਇਹਨੂੰ ਤੁਸੀਂ ਨੋਟ ਕਰ ਲਿਓ। ਸਕਰੀਨਸ਼ਾਟ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ। ਤਾਂ ਦੇਖੋ 15 ਪੁਲਿਸ ਸਟੇਸ਼ਨ 7 ਜ਼ਿਲ੍ਹਿਆਂ ਦੇ ਵਿੱਚ, ਇਹ ਤਾਂ ਨਾਗਾਲੈਂਡ ਦੇ ਵਿੱਚੋਂ ਕੱਢਤੇ। 23 ਜ਼ਿਲ੍ਹੇ ਅਸਾਮ ਦੇ ਵਿੱਚੋਂ, ਜਾਣੀ ਕਿ ਸਭ ਤੋਂ ਵੱਡਾ ਜਿਹੜਾ ਇਹਦੇ 'ਚੋਂ ਹਟਾਇਆ ਗਿਆ ਜਾਂ ਘੱਟ ਕੀਤਾ ਗਿਆ ਉਹ ਅਸਾਮ ਦੇ ਵਿੱਚੋਂ 23 ਜ਼ਿਲ੍ਹੇ ਕੀਤੇ ਗਏ ਨੇ। ਉਹ ਉੱਪਰ ਲਿਖਿਆ ਆਪਾਂ 15 ਦੇ ਨਾਲ ਕਨਫਿਊਜ਼ ਨਹੀਂ ਹੋਣਾ। 15 ਪੁਲਿਸ ਸਟੇਸ਼ਨ ਹੈ 7 ਜ਼ਿਲ੍ਹਿਆਂ ਦੇ ਵਿੱਚ ਆ ਨਾਗਾਲੈਂਡ ਦੇ ਵਿੱਚ। ਮਣੀਪੁਰ ਦੇ ਵਿੱਚ ਨੀਚੇ ਦੇਖੋ ਆਹ ਵਾਲਾ 3rd, ਤਾਂ ਮਣੀਪੁਰ ਦੇ ਵਿੱਚ 15 ਪੁਲਿਸ ਸਟੇਸ਼ਨ ਨੇ, ਏਰੀਆ 6 ਡਿਸਟ੍ਰਿਕਟ ਜਾਣੀ ਕਿ 6 ਜ਼ਿਲ੍ਹੇ ਨੇ। ਤਾਂ ਸਭ ਤੋਂ ਜ਼ਿਆਦਾ 23 ਡਿਸਟ੍ਰਿਕਟ ਆਫ ਅਸਾਮ ਨੇ ਜਿਹੜੇ ਮਤਲਬ ਕਿ ਇਹਦੇ ਵਿੱਚੋਂ ਹੁਣ ਕੱਢ ਦਿੱਤੇ ਜਾਣਗੇ। ਓਕੇ, ਬਾਕੀ ਮਣੀਪੁਰ ਦੇ ਵਿੱਚ ਇਲੈਕਸ਼ਨਾਂ ਹੋ ਕੇ ਹਟੀਆਂ ਨੇ, ਕਿਉਂਕਿ ਉੱਥੇ ਸਾਰੀਆਂ ਪਾਰਟੀਆਂ ਦਾ ਇਹ ਮਤਲਬ ਕਿ ਮੁੱਦਾ ਬਣਿਆ ਹੋਇਆ ਸੀ ਵੀ ਆਪਾਂ ਡਿਮਾਂਡ ਕਰਾਂਗੇ ਇੱਥੋਂ ਆਹ ਕੰਟਰੋਵਰਸ਼ੀਅਲ ਐਕਟ ਆ, ਇਹਨੂੰ ਹਮੇਸ਼ਾ ਕੰਟਰੋਵਰਸ਼ੀਅਲ ਐਕਟ ਹੀ ਦੇ ਨਾਮ ਨਾਲ ਦੇਖਿਆ ਗਿਆ, ਤਾਂ ਵੀ ਆਪਣੀਆਂ ਸਟੇਟ ਤੋਂ ਇਹ ਹਟਾਇਆ ਜਾਵੇ। ਹਰੇਕ ਨੇ ਪ੍ਰੋਮਿਸ ਕੀਤਾ ਸੀ। ਤਾਂ ਵੀਰੇਨ ਸਿੰਘ ਜਿਹੜੇ ਕਿ ਮਣੀਪੁਰ ਦੇ CM ਬਣੇ ਨੇ, 2nd ਟਰਮ ਉਹਨਾਂ ਦੀ, ਤਾਂ ਉਹਨਾਂ ਨੇ ਵੀ ਇਹੀ ਕਿਹਾ ਹੋਇਆ ਸੀਗਾ ਵੀ ਮਤਲਬ ਕਿ ਆਪਾਂ ਆਪਸਪਾ ਐਕਟ ਨੂੰ ਆ ਜਿਹੜਾ ਇੱਥੋਂ ਹਟਵਾਉਣ ਦੀ ਕੋਸ਼ਿਸ਼ ਕਰਨੀ ਆ। ਤਾਂ ਹੁਣ ਇਹਨਾਂ ਨੇ ਆਪਣਾ ਹੋਮ ਮਿਨਿਸਟਰੀ ਨੇ ਆਪਣਾ ਪੱਖ ਰੱਖਿਆ। ਉਹ ਕਹਿੰਦੇ ਵੀ 2014 ਦੇ ਮੁਕਾਬਲੇ ਤਾਂ ਜਿਹੜੀ ਮਿਲੀਟੈਂਸੀ ਇਨਸੀਡੈਂਟ ਹੋਏ ਨੇ 2021 ਦੇ ਵਿੱਚ, ਤਾਂ ਤਕਰੀਬਨ 34% ਤੱਕ ਉਹਨਾਂ ਦੇ ਵਿੱਚ ਗਿਰਾਵਟ ਆਈ ਆ। ਤਾਂ ਇੰਨੀ ਸਿਚੁਏਸ਼ਨ ਆ ਜਿਹੜੀ ਉਹ ਸੁਧਰ ਗਈ ਆ। ਤਾਂ ਇਹ ਕਹਿੰਦੇ ਡੈਥਸ ਆਫ ਸਿਕਿਉਰਿਟੀ ਪਰਸੋਨਲ ਐਂਡ ਸਿਵਲੀਅਨ ਤਾਂ 60% ਐਂਡ 84% ਦੇ ਉਹਦੇ ਹਿਸਾਬ ਨਾਲ ਘਟ ਗਿਆ। ਓਕੇ, ਤਾਂ ਇਸ ਤੋਂ ਬਾਅਦ ਕਹਿੰਦੇ ਆ ਵੀ 7000 ਤਕਰੀਬਨ ਲਗਭਗ ਮਿਲੀਟੈਂਟਸ ਨੇ ਜਿਹੜੇ ਉਹਨਾਂ ਨੇ ਸਰੈਂਡਰ ਕਰਤਾ ਕੁਝ ਸਾਲਾਂ ਦੇ ਵਿੱਚ। ਬਾਕੀ ਗਵਰਨਮੈਂਟ ਤੇ ਜਿਹੜੇ ਉੱਥੇ ਮਤਲਬ ਕਿ ਗਰਮਪੰਥੀ ਨੇ ਉਹਨਾਂ ਦੇ ਵਿਚਾਲੇ ਐਗਰੀਮੈਂਟ ਕਾਫੀ ਜ਼ਿਆਦਾ ਹੋਏ ਨੇ। ਤਾਂ ਬੋਡੋ ਅਕੋਰਡ ਤੇ ਇਹ ਜਨਵਰੀ 2020 ਦੇ ਵਿੱਚ ਹੋਇਆ ਸੀਗਾ। ਤਾਂ 50,000 ਮਤਲਬ ਕਿ ਪੁਰਾਣਾ ਬੋਡੋ ਪ੍ਰੋਬਲਮ ਚੱਲਦੀ ਸੀ ਅਸਾਮ ਦੇ ਵਿੱਚ, ਤਾਂ ਇਹ ਵੀ ਉਹਨਾਂ ਨੇ ਕਿਹਾ ਵੀ ਹੋਈ ਆ। ਤਾਂ ਕਾਰਬੀ ਐਂਗਲੋਂਗ ਆ ਜਿਹੜੀ, ਤਾਂ ਇਹ ਸਭ ਤੋਂ ਸੈਂਟਰ ਦੇ ਵਿੱਚ ਪੈਂਦਾ ਔਰ ਇਹ ਉੱਥੋਂ ਦਾ ਸਭ ਤੋਂ ਅਸਾਮ ਦਾ ਸਭ ਤੋਂ ਜ਼ਿਆਦਾ ਵੱਡਾ ਵੀ ਆ ਡਿਸਟ੍ਰਿਕਟ ਆ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਇਹ ਤਾਂ ਸੀਗੇ ਇਹਦੇ ਬੇਸਿਕ ਫੈਕਟ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਆਪਸਪਾ ਐਕਟ ਦੀ। ਦ ਡਿਸਟਰਬ ਏਰੀਆ ਨੋਟੀਫਿਕੇਸ਼ਨ ਅੰਡਰ ਆਪਸਪਾ ਵਾਜ਼ ਕੰਪਲੀਟਲੀ ਰਿਮੂਵਡ ਫਰੋਮ ਤ੍ਰਿਪੁਰਾ। ਤ੍ਰਿਪੁਰਾ ਦੇ ਵਿੱਚੋਂ 2015 ਦੇ ਵਿੱਚ ਬਿਲਕੁਲ ਹੀ ਇਹਨੂੰ ਕੱਢਤਾ ਸੀਗਾ, ਰਿਮੂਵ ਕਰਤਾ ਸੀ। ਔਰ ਮੇਘਾਲਿਆ ਦੇ ਵਿੱਚੋਂ 2018 ਦੇ ਵਿੱਚ ਉੱਥੇ ਜਿਹੜੀ ਇੰਪਰੂਵਮੈਂਟ ਹੋ ਗਈ ਸੀ ਸਿਕਿਉਰਿਟੀ ਸਿਚੁਏਸ਼ਨ ਦੇ ਵਿੱਚ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਉਂਕਿ ਤੁਹਾਨੂੰ ਸਟੇਟਮੈਂਟ ਬਣ ਕੇ ਆ ਸਕਦੀ ਆ ਵੀ 2015 ਦੇ ਵਿੱਚ ਤ੍ਰਿਪੁਰਾ, ਮੇਘਾਲਿਆ ਦੇ ਵਿੱਚੋਂ 2018 ਦੇ ਵਿੱਚ ਆਪਸਪਾ ਐਕਟ ਨੂੰ ਰਿਮੂਵ ਕਰ ਦਿੱਤਾ ਸੀ। ਜਾਂ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਮੇਘਾਲਿਆ ਦੇ ਨਾਲ 2015 ਜੋੜਿਆ ਜਾ ਸਕਦਾ ਔਰ ਤ੍ਰਿਪੁਰਾ ਦੇ ਨਾਲ 2018 ਵੀ ਜੋੜਿਆ ਜਾ ਸਕਦਾ। ਤਾਂ ਤੁਸੀਂ ਇਹਦੇ 'ਚ ਕਨਫਿਊਜ਼ ਨਹੀਂ ਹੋਣਾ, ਇਹਨੂੰ ਤੁਸੀਂ ਪ੍ਰੋਪਰ ਕਲੀਅਰ ਕਰਕੇ ਜਾਣਾ। ਹੁਣ ਆਪਾਂ ਆਪਸਪਾ ਦੀ ਗੱਲ ਕਰੀਏ ਤਾਂ ਇਹ ਸ਼ੁਰੂ ਕੀਤਾ ਸੀ ਐਕਟ ਅੰਗਰੇਜ਼ਾਂ ਦੇ ਸਮੇਂ ਤੋਂ। ਕਿਉਂਕਿ ਉਦੋਂ ਕੁਇਟ ਇੰਡੀਆ ਮੂਵਮੈਂਟ ਚੱਲਦੀ ਸੀ। ਤਾਂ ਇਹ ਕਿਹਨਾਂ ਨੇ ਚਲਾਈ ਸੀ? ਮਹਾਤਮਾ ਗਾਂਧੀ ਜੀ ਨੇ। ਤਾਂ ਇਹ ਚਲਾਈ ਸੀ 1942 ਦੇ ਵਿੱਚ। ਤਾਂ ਉਹਨਾਂ ਨੇ ਜਿਹੜਾ ਇਹ ਐਕਟ ਸੀਗਾ ਉਹ ਮਤਲਬ ਕਿ ਅੰਦੋਲਨ ਨੂੰ ਖ਼ਤਮ ਕਰਨ ਦੇ ਲਈ ਮੂਵਮੈਂਟ ਨੂੰ ਚਲਾਇਆ ਸੀ। ਪਰ ਆਪਣੇ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਇਆ ਸੀ ਆਜ਼ਾਦ ਹੋਣ ਤੋਂ ਬਾਅਦ 1958 ਦੇ ਵਿੱਚ ਆਇਆ ਸੀ। ਤਾਂ ਆਹ ਮੈਂ ਤੁਹਾਨੂੰ ਇੱਦਾਂ ਦੇ ਬੇਸਿਕ ਚੀਜ਼ਾਂ ਦੱਸ ਰਿਹਾ। ਇਹਦੇ 'ਚ ਸੈਕਸ਼ਨ ਹੁੰਦੇ ਆ ਐਕਟ ਦੇ ਵਿੱਚ, ਕਨਫਿਊਜ਼ ਨਹੀਂ ਹੋਣਾ ਕਿਤੇ ਵੀ। ਆਪਣਾ ਕੌਂਸਟੀਟਿਊਸ਼ਨ ਦੇ ਵਿੱਚ ਆਰਟੀਕਲ ਹੋਣਗੇ। ਆਰਟੀਕਲ ਕੌਂਸਟੀਟਿਊਸ਼ਨ ਦੇ ਨੇ ਔਰ ਸੈਕਸ਼ਨ ਕਿਸੇ ਵੀ ਐਕਟ ਦੇ ਹੁੰਦੇ ਆ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿਸੇ ਨੂੰ ਸਜ਼ਾ ਹੁੰਦੀ ਆ IPC CRPC ਦੇਖਦੇ ਹੋ ਤੁਸੀਂ, ਤਾਂ ਉਹਨਾਂ ਦੇ ਵਿੱਚ ਸੈਕਸ਼ਨ ਹੁੰਦੇ ਆ, ਸੈਕਸ਼ਨ 302 ਸੈਕਸ਼ਨ ਇੰਨਾ ਉਹਨਾਂ, ਤਾਂ ਉਹ ਸਾਰੇ ਸੈਕਸ਼ਨ ਹੁੰਦੇ ਆ। ਤਾਂ ਇਹ ਐਕਟ ਦਾ ਵੀ ਕੀ ਆ? ਸੈਕਸ਼ਨ 4। ਤਾਂ ਇਹ ਕੀ ਕਰਦਾ? ਅਕੋਰਡ ਸਪੈਸ਼ਲ ਪਾਵਰ ਟੂ ਦਾ ਆਰਮਡ ਫੋਰਸ। ਇਹਨਾਂ ਨੂੰ ਸਪੈਸ਼ਲ ਪਾਵਰ ਦਿੰਦਾ ਕਿਹਨੂੰ? ਆਰਮਡ ਫੋਰਸ ਯਾਨੀ ਕਿ ਆਰਮੀ ਨੂੰ। ਠੀਕ ਆ, ਉਹ ਓਪਨ ਫਾਇਰ ਕਰ ਸਕਦੇ ਆ, ਅਰੈਸਟ ਕਰ ਸਕਦੇ ਆ ਵਿਦਆਊਟ ਵਾਰੰਟ ਤੋਂ, ਐਂਟਰ ਕਰ ਸਕਦੇ ਨੇ, ਸਰਚ ਕਰ ਸਕਦੇ ਨੇ, ਇਹ ਵੀ ਬਿਨਾਂ ਵਾਰੰਟ ਤੋਂ। ਓਕੇ, ਤਾਂ ਕਿਸੇ ਨੂੰ ਉੱਥੇ ਖੜਨ ਤੋਂ ਹਟਾ ਸਕਦੇ ਨੇ। ਤਾਂ ਇਹ ਇਹਨਾਂ ਦੇ ਜਿਹੜੇ ਨੇ ਆਪਣੇ ਸੈਕਸ਼ਨ ਸੀਗੇ। ਬਾਕੀ ਆਰਮੀ ਨੂੰ ਆ ਇੱਥੇ ਸਾਰੀਆਂ ਚੀਜ਼ਾਂ ਨੇ ਤੁਹਾਡੇ ਕੋਲੇ। ਪਾਵਰਸ ਟੂ ਆਰਮੀ ਸਟੇਟ ਐਂਡ ਸੈਂਟਰਲ ਪੁਲਿਸ ਫੋਰਸ ਟੂ ਸ਼ੂਟ ਟੂ ਕਿਲ, ਸਰਚ ਹਾਊਸ, ਡਿਸਟਰॉय ਐਨੀ ਪ੍ਰੋਪਰਟੀ ਦੈਟ ਲਾਈਕਲੀ ਟੂ ਬੀ ਯੂਜ਼ਡ ਬਾਈ ਇਨਸਰਜੈਂਟਸ ਇਨ ਏਰੀਆ ਡਿਕਲੇਅਰ ਐ ਡਿਸਟਰਬ ਬਾਈ ਦਾ ਹੋਮ ਮਿਨਿਸਟਰੀ। ਤਾਂ
ਜਿਹੜੇ ਏਰੀਏ ਨੂੰ ਡਿਸਟਰਬ ਏਰੀਆ ਕਹਿਤਾ ਉੱਥੇ ਇਹ ਕਿਸੇ ਦਾ ਵੀ ਘਰ ਬਿਨਾਂ ਵਾਰੰਟ ਤੋਂ ਕਿਤੇ ਵੀ ਛਾਣਬੀਣ ਆਪਦੀ ਆ ਜਿਹੜੀ ਉਹ ਕਰ ਸਕਦੇ ਆ, ਉਹਦੇ 'ਚ ਕੁਝ ਵੀ ਕਰ ਸਕਦੇ ਆ। ਕੋਈ ਵਹੀਕਲ ਆ ਉਹਨੂੰ ਵੀ ਇਹ ਰੋਕ ਸਕਦੇ ਆ, ਉਹਦੀ ਸਰਚ ਕਰ ਸਕਦੇ ਆ। ਤਕਰੀਬਨ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਕਰ ਸਕਦੇ ਆ। ਤਾਂ ਇਹ ਆਪਣੇ ਕਦੋਂ ਇਫੈਕਟ ਦੇ ਵਿੱਚ ਆਇਆ ਸੀ? 1958 ਦੇ ਵਿੱਚ। ਉਦੋਂ ਨਾਗਾ ਹਿਲਸ ਦੇ ਵਿੱਚ ਅਪਰਾਈਜ਼ਿੰਗ ਹੋ ਰਹੀਆਂ ਸੀ। ਇਹਨੂੰ ਡੀਲ ਕਰਨ ਦੇ ਲਈ 1958 ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਸੀ। ਆਪਣੇ ਪੰਜਾਬ ਚੰਡੀਗੜ੍ਹ ਤੇ 1983 ਦੇ ਵਿੱਚ ਇਨਫੋਰਸ ਕੀਤਾ। ਔਰ ਇਹਦਾ ਜਿਹੜਾ ਸੈਕਸ਼ਨ 5 ਆ ਉਹ ਕੀ ਕਹਿੰਦਾ? ਐਡਡ ਟੂ ਦ ਐਕਟ ਸਪੈਸੀਫਾਈਂਗ ਦੈਟ ਸੋਲਜਰ ਹੈਜ਼ ਟੂ ਪਾਵਰ ਦਾ ਬ੍ਰੇਕ ਓਪਨ ਐਨੀ ਲੌਕ ਇਫ ਦ ਕੀ ਦੇਅਰ ਆਫ ਇਜ਼ ਵਿਦਹੈਲਡ। ਮਤਲਬ ਕਿਸੇ ਦਾ ਵੀ ਕੋਈ ਵੀ ਲੌਕ ਆ ਉਹਨੂੰ ਵੀ ਇਹ ਤੋੜ ਮਰੋੜ ਸਕਦੇ ਨੇ। ਤਾਂ ਇਹ ਸੈਕਸ਼ਨ 5 ਕਹਿੰਦਾ। ਤਾਂ ਡਿਸਟਰਬ ਏਰੀਆ ਜਿਹੜਾ ਡਿਕਲੇਅਰ ਹੋਊਗਾ ਉਹ ਇਹਦਾ ਸੈਕਸ਼ਨ 3 ਕਹਿੰਦਾ। ਤਾਂ ਇਹਦੇ ਸੈਕਸ਼ਨ ਨੇ 3, 4, 5 ਤਿੰਨੋਂ ਇੰਪੋਰਟੈਂਟ ਆ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੈਕਸ਼ਨ 3 ਡਿਸਟਰਬ ਏਰੀਆ ਡਿਕਲੇਅਰ ਕਰਦਾ। ਓਕੇ, ਮਤਲਬ ਕਦੋਂ ਕਰਦਾ? ਜਦੋਂ ਕਹਿੰਦਾ ਵੀ ਮਤਲਬ ਕਿ ਕੋਈ ਡਿਸਪਿਊਟ ਹੁੰਦਾ ਜਾਂ ਤਾਂ ਫਿਰ ਮੈਂਬਰ ਨੇ ਉੱਥੇ ਅਲੱਗ-ਅਲੱਗ ਧਰਮਾਂ ਦੇ ਉਹਨਾਂ ਦੇ ਵਿੱਚ ਹੋ ਜੇ, ਅਲੱਗ ਜਾਤੀ ਦੇ ਨੇ, ਅਲੱਗ ਭਾਸ਼ਾ ਦੇ ਆਧਾਰ 'ਤੇ, ਜਾਤੀ ਦੇ ਆਧਾਰ 'ਤੇ, ਤਾਂ ਉਹ ਆਪਸ ਦੇ ਵਿੱਚ ਕੋਈ ਉਹਨਾਂ ਦੇ ਵਿੱਚ ਝਗੜਾ ਹੋ ਗਿਆ, ਦੰਗੇ ਫਸਾਦ ਹੋਣ ਦੀ ਸਥਿਤੀ ਆ ਗਈ ਜਿਹੜੀ ਕਿ ਉੱਥੋਂ ਲੋਕਲ ਪੁਲਿਸ ਤੋਂ ਪ੍ਰਸ਼ਾਸਨ ਤੋਂ ਨਹੀਂ ਲੋਟ ਆ ਰਹੀ, ਦੈਨ ਆਪਸ ਐਕਟ ਲਾ ਦਿੱਤਾ ਜਾਂਦਾ। ਇਹਦੇ ਸੈਕਸ਼ਨ 3 ਦੇ ਨਾਲ ਉਹਨੂੰ ਡਿਸਟਰਬ ਏਰੀਆ ਡਿਕਲੇਅਰ ਕਰਤਾ। ਫਿਰ ਉੱਥੇ ਆਪਸ ਐਕਟ ਆਰਮੀ ਨੂੰ ਸਪੈਸ਼ਲ ਪਾਵਰ ਦਊਗੀ ਅਤੇ ਉਹ ਆਰਮੀ ਉੱਥੇ ਆਊਗੀ। ਫਿਰ ਇਹ ਤੋਂ ਬਾਅਦ ਇਹਦੇ ਨਾਲ ਆਰਮੀ ਨੂੰ ਬਸ ਸਪੈਸ਼ਲ ਪਾਵਰ ਮਿਲਦੀ ਆ, ਫਿਰ ਉਹ ਉੱਥੇ ਆ ਕੇ ਡੀਲ ਕਰਦੀ ਆ। ਇਹਨੂੰ ਤੁਸੀਂ ਐਵੇਂ ਸਮਝ ਸਕਦੇ ਹੋ। ਤਾਂ ਹੁਣ ਡਿਕਲੇਅਰ ਕੌਣ ਕਰ ਸਕਦਾ ਡਿਸਟਰਬ ਏਰੀਆ? ਸੈਂਟਰਲ ਗਵਰਨਮੈਂਟ ਵੀ ਕਰ ਸਕਦੀ ਆ, ਗਵਰਨਰ ਵੀ ਕਹਿ ਸਕਦਾ, ਜੇ ਯੂਟੀ ਆ ਤਾਂ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਆ ਜਿਹੜਾ ਉਹ ਵੀ ਕਹਿ ਸਕਦਾ। ਇੱਥੋਂ ਤੱਕ ਤੁਹਾਨੂੰ ਕਲੀਅਰ ਨੇ ਪੁਆਇੰਟ? ਹੁਣ ਦੇਖੋ ਇਹਦਾ ਇੱਕ ਬੈਕਗਰਾਊਂਡ ਆ ਜਿਹੜਾ ਸਿੰਪਲ, ਵੈਸੇ ਤਾਂ ਮੈਂ ਤੁਹਾਨੂੰ ਸਮਝਾਈ ਦਿੱਤਾ ਤਕਰੀਬਨ ਸਾਰੀਆਂ ਗੱਲਾਂ ਬਾਤਾਂ ਇਹਦੇ 'ਚ ਕੀ ਨੇ, ਬਾਕੀ ਤੁਹਾਨੂੰ ਮੈਂ ਹੁਣ ਦੱਸ ਦੂੰਗਾ ਹੋਰ। ਦੇਖੋ ਆਪਣਾ ਇਹ ਜਿਹੜਾ ਹੋਇਆ ਸੀ ਕੁਇਟ ਇੰਡੀਆ ਮੂਵਮੈਂਟ ਦੇ ਵੇਲੇ, ਉਦੋਂ ਵਾਇਸਰਾਏ ਕੌਣ ਸੀਗਾ? ਲਿਨਿਥ ਗੋ, ਇਹ ਵਾਲਾ ਉਦੋਂ ਵਾਇਸਰਾਏ ਸੀਗਾ। ਤਾਂ ਉਦੋਂ ਇਹਨਾਂ ਨੇ 1942 ਦੇ ਵਿੱਚ ਆਰਮਡ ਫੋਰਸ ਸਪੈਸ਼ਲ ਪਾਵਰਸ ਆਰਡੀਨੈਂਸ 1942 ਤਾਂ ਇਹ ਵਾਲਾ ਆਇਆ ਸੀ। ਬਾਕੀ ਹੋਰ ਤੁਸੀਂ ਇਹਨੂੰ ਜਿਹੜਾ ਧਿਆਨ ਦੇ ਵਿੱਚ ਰੱਖਣਾ, ਦ ਨਾਰਥ ਈਸਟ ਵਾਜ਼ ਇੰਟਰੋਡਿਊਸ ਇਨ ਪਾਰਲੀਆਮੈਂਟ 1958 ਬਾਏ ਦ ਹੋਮ ਮਿਨਿਸਟਰੀ GB ਪੰਤ, ਗੋਬਿੰਦ ਵੱਲਭ ਪੰਤ। ਤਾਂ ਉਦੋਂ ਹੋਮ ਮਿਨਿਸਟਰ ਸੀਗੇ ਜਦੋਂ 1958 ਦੇ ਵਿੱਚ ਆਇਆ GB ਪੰਤ। ਤਾਂ ਆਪਣੇ ਪ੍ਰੈਜ਼ੀਡੈਂਟ ਸੀਗੇ ਉਦੋਂ ਡਾਕਟਰ ਰਜਿੰਦਰ ਪ੍ਰਸਾਦ, ਉਹਨਾਂ ਨੇ 22 ਮਈ ਨੂੰ ਮਤਲਬ 1958 ਨੂੰ ਕਰਤਾ ਸੀਗਾ। ਇਸ ਤੋਂ ਬਾਅਦ ਇਹਨੇ ਰਿਪਲੇਸ ਕੀਤਾ ਆਰਮਡ ਫੋਰਸ ਅਸਮ ਐਂਡ ਮਨੀਪੁਰ ਸਪੈਸ਼ਲ ਪਾਵਰ ਐਕਟ 1958। ਠੀਕ ਆ, ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਫਿਰ ਇਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਇਹ ਸਾਰੀਆਂ ਦੇ ਵਿੱਚ ਇੱਧਰੋਂ ਇਹ ਅਪਲਾਈ ਕਰਤਾ। ਤਾਂ ਇਹ ਸੀ। ਹੁਣ ਮੈਂ ਤੁਹਾਨੂੰ ਇੱਕ ਆਮ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਜਮਾਂ ਸਿੰਪਲ ਵੈਸੇ ਸਮਝਾਤਾ, ਬਾਕੀ ਫਿਰ ਵੀ ਹੁਣ ਮੈਂ ਦੁਬਾਰੇ ਦੱਸ ਦਿੰਦਾ। ਤਾਂ ਆਪਣੇ ਆਪਸ ਐਕਟ ਕਦੋਂ ਦਾ? 1958 ਦਾ। ਓਕੇ, ਵੈਸੇ ਤਾਂ ਅੰਗਰੇਜ਼ਾਂ ਦੇ ਸਮੇਂ ਤੋਂ ਆ, ਪਰ ਆਪਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ। ਕਿਹੜੀ ਮਿਨਿਸਟਰੀ ਦੇ ਅਧੀਨ ਆਉਂਦਾ? ਮਿਨਿਸਟਰੀ ਆਫ ਹੋਮ ਅਫੇਅਰਸ। ਹੋਮ ਮਿਨਿਸਟਰ ਕੌਣ ਨੇ? ਆਪਣੇ ਅਮਿਤ ਸ਼ਾਹ ਜੀ ਨੇ। ਠੀਕ ਆ, ਤਾਂ ਇਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਔਰ ਇਹ ਕੰਟਰੋਵਰਸੀ ਦੇ ਵਿੱਚ ਰਹਿੰਦਾ। ਕਿਉਂ? ਕਿਉਂਕਿ ਆਰਮੀ ਨੂੰ ਜ਼ਿਆਦਾ ਪਾਵਰ ਹੁੰਦੀ ਆ। ਉਹ ਤੁਹਾਨੂੰ ਮੈਂ ਦੱਸਦਾ ਵੀ ਉਹਦੇ ਕਿਉਂ ਚਰਚਾ ਦੇ ਵਿੱਚ ਇਹ ਰਹਿੰਦਾ ਗਾ। ਤਾਂ ਹੁਣ ਜਦੋਂ ਸੈਕਸ਼ਨ 3 ਲੱਗ ਗਿਆ ਆਫ ਦਿਸ ਐਕਟ ਡਿਕਲੇਅਰ ਡਿਸਟਰਬ ਏਰੀਆ, ਤਾਂ ਉੱਥੇ ਕੀ ਆਉਂਦੀ ਆ? ਮਿਲਟਰੀ ਆਉਂਦੀ ਆ। ਕੀ ਕਰਨ ਦੇ ਲਈ? ਜਿਹੜਾ ਉੱਥੇ ਫਸਾਦ ਹੋਇਆ ਉਹਦਾ ਸੈਟਲਮੈਂਟ ਕਰਨ ਦੇ ਲਈ, ਜਾਂ ਫਿਰ ਉੱਥੇ ਸ਼ਾਂਤੀ ਕਾਇਮ ਕਰਨ ਦੇ ਲਈ। ਤਾਂ ਹੁਣ ਉਹ ਇਹ ਜੇ ਮਤਲਬ ਕਿ ਉਸੇ ਨਹੀਂ ਕਰਨੀ ਤਾਂ ਫਿਰ ਪੁਲਿਸ ਵੀ ਕਰ ਸਕਦੀ ਸੀ। ਨਹੀਂ, ਪੁਲਿਸ ਕੋਲੇ ਉਨੀਆਂ ਪਾਵਰਸ ਨਹੀਂ ਹੁੰਦੀਆਂ। ਤਾਂ ਇਹਨਾਂ ਨੇ ਪਾਵਰ ਦਿੱਤੀਆਂ ਨੇ ਮਿਲਟਰੀ ਨੂੰ, ਐਕਟ ਨੇ, ਕਿਉਂਕਿ ਇਹਦਾ ਨਾਮ ਹੀ ਹੈ ਨਾ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ। ਤਾਂ ਉਹਨੂੰ ਇਹ ਪਾਵਰਸ ਦਊਗੀ ਅਤੇ ਉਹ ਫਿਰ ਇੱਥੇ ਸਪੈਸ਼ਲ ਪਾਵਰ ਦੇ ਨਾਲ ਐਂਟਰ ਹੋਣਗੇ। ਤਾਂ ਹੁਣ ਉਸ ਤੋਂ ਬਾਅਦ ਇਹ ਕਹਿੰਦੇ ਆ ਨੋਟ ਗੈਦਰਿੰਗ ਮੋਰ ਦੈਨ 5 ਮੈਂਬਰ, 5 ਤੋਂ ਜ਼ਿਆਦਾ ਉੱਥੇ ਗੈਦਰਿੰਗ ਨਹੀਂ ਹੋ ਸਕਦੀ। ਅਰੈਸਟ ਕਰ ਸਕਦੇ ਨੇ, ਸਰਚ ਕਰ ਸਕਦੇ ਨੇ, ਕਿਸੇ ਦਾ ਵਹੀਕਲ ਰੋਕ ਸਕਦੇ ਨੇ, ਬੈਨ ਲਾ ਸਕਦੇ ਆ ਕਿਸੇ ਚੀਜ਼ 'ਤੇ। ਹੈਵ ਰਾਈਟ ਟੂ ਆਰਮੀ ਟੂ ਫਾਇਰ, ਇਹਨਾਂ ਕੋਲੇ ਫਾਇਰ ਕਰਨ ਦਾ ਵੀ ਰਾਈਟ ਹੁੰਦਾ ਗਾ। ਤਾਂ ਸੈਕਸ਼ਨ 3 ਤੁਹਾਨੂੰ ਕਲੀਅਰ ਹੋ ਗਿਆ। 4 ਦੇ ਬਾਰੇ ਮੈਂ ਤੁਹਾਨੂੰ ਦੱਸਤਾ। ਓਕੇ, ਤਾਂ ਇਸ ਤੋਂ ਪਹਿਲਾਂ ਵੀ ਮਤਲਬ ਕਿ ਕਈ ਗੱਲਾਂ ਕਰਕੇ ਇਹ ਚਰਚਾ ਦੇ ਵਿੱਚ ਰਹਿੰਦਾ ਸੀ। ਤਾਂ ਹੁਣ ਇਹਦਾ ਕ੍ਰਿਟਿਸਿਜ਼ਮ ਆ ਜਿਹੜਾ ਪਹਿਲਾਂ ਮਣੀਪੁਰ ਦੇ ਵਿੱਚ ਹੋਇਆ ਸੀਗਾ, ਜਿਵੇਂ ਕਿ ਆਇਰੋਮ ਸ਼ਰਮੀਲਾ ਨੇ ਕੀਤਾ ਸੀ। ਠੀਕ ਆ, ਤਾਂ ਇਹਨਾਂ ਦੇ ਵੈਸੇ ਆਪਾਂ ਇੰਨਾ ਡੈਪਥ ਦੇ ਵਿੱਚ ਨਹੀਂ ਜਾਣਾ। ਤਾਂ ਉਹਨਾਂ ਨੇ 2016 ਤੱਕ ਉੱਥੋਂ ਕ੍ਰਿਟਿਸਿਜ਼ਮ ਸੀਗਾ ਜਿਹੜਾ ਇਹਦਾ ਚੱਲਦਾ ਰਿਹਾ। ਤਾਂ ਇਹਨਾਂ ਦਾ ਜਿਹੜਾ ਇੱਕ ਐਕਟ ਆਪਣਾ ਡਿਸਟਰਬ ਏਰੀਆ ਸਪੈਸ਼ਲ ਕੋਰਟ ਐਕਟ 1976, ਉਹ ਕਹਿੰਦਾ ਵੀ ਜੇ ਇੱਕ ਵਾਰੀ ਡਿਸਟਰਬ ਡਿਕਲੇਅਰ ਹੋ ਗਿਆ ਏਰੀਆ ਤਾਂ ਘੱਟੋ ਘੱਟ 3 ਮਹੀਨੇ ਦੀ ਸਥਿਤੀ ਤਾਂ ਉੱਥੇ ਬਣਾਈ ਰੱਖਣੀ ਪੈਂਦੀ ਆ ਉਹਨਾਂ ਨੂੰ, ਮਤਲਬ ਕਿ ਐਵੇਂ ਹੀ ਰੱਖਣਾ ਪੈਂਦਾ। ਤਾਂ ਹੁਣ ਇਹਦੇ ਨਾਲ ਰਿਲੇਟਡ ਕਮੇਟੀਆਂ ਵੀ ਬਣੀਆਂ ਹੋਈਆਂ ਨੇ। ਤਾਂ ਕਿਹੜੀਆਂ-ਕਿਹੜੀਆਂ ਕਮੇਟੀਆਂ ਨੇ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਇੱਕ ਕਮੇਟੀ ਬਣੀ ਸੀ ਜੀਵਨ
ਜੀਵਨ ਰੈਡੀ ਕਮੇਟੀ। ਬਸ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ। ਤੇ ਇਹ ਬਣੀ ਸੀ ਨਵੰਬਰ ਦੇ ਵਿੱਚ, ਨਵੰਬਰ ਕਿੰਨਾ 2004 ਦੇ ਵਿੱਚ। ਇਹ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ, 5 ਮੈਂਬਰੀ ਕਮੇਟੀ ਸੀ। ਹੁਣ ਮੈਂ ਤੁਹਾਨੂੰ ਸਾਰੇ ਦੱਸਾਂ ਇਹ ਜ਼ਰੂਰੀ ਨਹੀਂ ਆ, ਬਸ ਤੁਸੀਂ ਧਿਆਨ ਦੇ ਵਿੱਚ ਰੱਖਿਓ ਕਮੇਟੀ ਦਾ ਨਾਮ ਹਮੇਸ਼ਾ ਉਹਦੇ ਹੈੱਡ ਦੇ ਨੇਮ 'ਤੇ ਹੁੰਦਾ, ਜਾਂ ਫਿਰ ਉਹਨੂੰ ਜਿਹੜਾ ਚੇਅਰ ਕਰ ਰਿਹਾ ਹੁੰਦਾ ਪਰਸਨ, ਠੀਕ ਆ, ਉਹਦੇ ਨੇਮ 'ਤੇ ਹੁੰਦਾ। ਤਾਂ ਇਹਨੂੰ ਜੀਵਨ ਰੈਡੀ ਸੀਗੇ ਜਿਹੜੇ ਮਤਲਬ ਕਿ ਇਹਨਾਂ ਦੇ ਪ੍ਰੋਵੀਜ਼ਨ ਵਗੈਰਾ ਸੀ ਐਕਟ ਦੇ ਸਾਰੇ, ਉਹਨਾਂ ਨੂੰ ਨਾਰਥ ਈਸਟਰਨ ਸਟੇਟਸ ਦੇ ਵਿੱਚ ਦੇਖ ਰਹੇ ਸੀ। ਤਾਂ ਇਹਨਾਂ ਨੇ ਕਿਹਾ ਵੀ ਇਹਨੂੰ ਰਿਪੀਲ ਕਰ ਦੇਣਾ ਚਾਹੀਦਾ, ਠੀਕ ਆ, ਖਤਮ ਕੀਤਾ ਜਾਣਾ ਚਾਹੀਦਾ। ਇਹ ਅਨਲੌਫੁਲ ਐਕਟੀਵਿਟੀਜ਼ ਐਕਟ ਜਿਹੜਾ 1967 ਆ, ਉਹ ਕਹਿੰਦੇ ਵੀ ਇਸ ਨੂੰ ਤਾਂ ਤੁਸੀਂ ਖਤਮ ਕਰੋ, ਇਸ ਨੂੰ ਖਤਮ ਕਰੋ। ਤੇ ਜਿਹੜਾ ਐਕਟ ਆ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ 1967, ਤਾਂ ਇਹਦੇ 'ਚ ਪ੍ਰੋਵੀਜ਼ਨ ਆ ਜਿਹੜੇ ਤੁਹਾਨੂੰ ਕਹਿੰਦਾ ਹੋਰ ਪਾਉਣੇ ਚਾਹੀਦੇ ਨੇ। ਇਹਨਾਂ ਨੇ ਕਮੇਟੀ ਨੇ ਕਿਹਾ 1967 ਦੇ ਐਕਟ ਨੂੰ ਮੋਡੀਫਾਈ ਕਰ ਦਿਓ, ਆਰਮਡ ਫੋਰਸ ਦੀਆਂ ਜਿਹੜੀਆਂ ਸਪੈਸੀਫਾਈ ਪਾਵਰ ਨੇ, ਤਾਂ ਮਤਲਬ ਕਿ ਉੱਧਰ ਤੁਸੀਂ ਉਹਨਾਂ ਨੂੰ ਕਰੋ। ਤਾਂ ਇਹ ਚੀਜ਼ ਕਹੀ ਸੀ ਇਹਨਾਂ ਨੇ, ਜੀਵਨ ਰੈਡੀ ਕਮੇਟੀ ਨੇ, ਮਤਲਬ ਕਿ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਤੁਸੀਂ ਖਤਮ ਕਰ ਦਿਓ ਐਕਟ ਨੂੰ। ਤਾਂ ਫਿਰ ਇਸ ਤੋਂ ਬਾਅਦ ਆਇਆ ਸੈਕੰਡ ARC। ਤੁਸੀਂ ਆਹ ਵਾਲਾ ਜਿਹੜਾ ARC ਹੈ ਨਾ, ਇਹਦੀ ਫੁੱਲ ਫਾਰਮ ਦੱਸਣੀ ਆ, ਔਰ ਇਹ ਆਪਣੇ ਜਿਹੜੇ ਹੋਏ ਨੇ ਕਦੋਂ ਕਦੋਂ ਬਣੇ ਨੇ, ਤਾਂ ਇਹਨਾਂ ਦੇ ਬਾਰੇ ਵੀ ਕਮੈਂਟ ਕਰਕੇ ਦੱਸਣਾ। ਓਕੇ, ਦੇਖੋ ਇਹਨਾਂ ਨੇ ਜਦ ਉਹਦੀ 5th ਰਿਪੋਰਟ ਰੱਖੀ ਸੈਕੰਡ ARC ਨੇ, ਠੀਕ ਆ, ਪਬਲਿਕ ਆਰਡਰ ਦੇ ਲਈ, ਤਾਂ ਇਹਨੇ ਕਿਹਾ ਇਹਨੂੰ ਰਿਪੀਲ ਕਰ ਦਿਓ। ਇਹਨਾਂ ਨੇ ਵੀ ਕਿਹਾ ਵੀ ਰਿਪੀਲ ਕਰ ਦਿਓ, ਇਹਨੂੰ ਤੁਸੀਂ ਖਤਮ ਕਰ ਦਿਓ, ਪਰ ਇੰਪਲੀਮੈਂਟ ਇਹਨਾਂ ਨਾਲ ਹਜੇ ਤੱਕ ਹੋਇਆ ਨਹੀਂ। ਤਾਂ ਫਿਰ 2013 ਦੇ ਵਿੱਚ ਇੱਕ ਕਮੇਟੀ ਬਣੀ, ਸੰਤੋਸ਼ ਸਹਿਜ ਕਮੇਟੀ, ਠੀਕ ਆ। ਤਾਂ ਉਦੋਂ ਵੀ ਮਤਲਬ ਕਿ ਮਣੀਪੁਰ ਦੇ ਵਿੱਚ ਹੱਤਿਆ ਹੋ ਗਈਆਂ ਸੀਗੀਆਂ ਕਾਫੀ, ਤਾਂ ਉਹਨਾਂ ਦੇ ਲਈ ਜਾਂਚ ਪੜਤਾਲ ਦੇ ਲਈ ਬਣੀ ਸੀਗੀ ਇਹ, ਕਿਉਂਕਿ ਉਹਦੇ ਵਿੱਚ ਕਾਫੀ ਜ਼ਿਆਦਾ ਕਿਲਿੰਗ ਸੀਗੀਆਂ ਜਿਹੜੀਆਂ ਹੋਈਆਂ ਸੀ। ਤਾਂ ਇਹ ਕਮੇਟੀ 2013 ਦੇ ਵਿੱਚ ਬਣੀ ਸੀਗੀ। ਓਕੇ, ਇਸ ਤੋਂ ਬਾਅਦ ਇੱਕ ਬਣੀ ਜਸਟਿਸ ਵਰਮਾ ਕਮੇਟੀ। ਤਾਂ ਉਹਨੇ ਕਿਹਾ ਵੀ ਵੂਮਨ ਦੀ ਸੇਫਟੀ ਦੇ ਲਈ ਇਹ ਐਕਟ ਤੁਹਾਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਆਰਮੀ ਵਾਲਿਆਂ ਦੇ ਕੋਲੇ ਉਹਨਾਂ ਨੂੰ ਕੋਈ ਪੁੱਛ ਪੜਤਾਲ ਹੁੰਦੀ ਨਹੀਂ। ਤਾਂ ਜਿਵੇਂ ਕਿ 24 ਘੰਟੇ ਦੇ ਵਿੱਚ ਕਿਸੇ ਨੂੰ ਆਪਾਂ ਪੇਸ਼ ਕਰਨਾ ਹੁੰਦਾ, ਤਾਂ ਇਹ ਪੇਸ਼ ਵੀ ਨਹੀਂ ਕਈ ਵਾਰ ਕਰਦੇ। ਤਾਂ ਇਹਦੇ ਲਈ ਵੀ ਇਹ ਐਕਟ ਆ ਜਿਹੜਾ ਮਤਲਬ ਕਿ ਇਹਦਾ ਵਿਰੋਧ ਹੁੰਦਾ ਗਾ, ਔਰ ਇਹਨਾਂ ਦੇ ਕੋਲੇ ਬਿਨਾਂ ਕਿਸੇ ਵਾਰੰਟ ਤੋਂ, ਤਾਂ ਕਿਤੇ ਵੀ ਗੈਦਰਿੰਗ ਤੋਂ, ਹਰੇਕ ਚੀਜ਼ ਦੀ ਇਹਨਾਂ ਕੋਲੇ ਜ਼ਿਆਦਾ ਮਤਲਬ ਕਿ ਆਜ਼ਾਦੀ ਹੁੰਦੀ ਆ। ਤਾਂ ਇਹ ਘਰਾਂ ਦੇ ਵਿੱਚ ਜਾਂਦੇ ਆ, ਔਰ ਕਾਫੀ ਜ਼ਿਆਦਾ ਵੂਮਨਸ ਦੇ ਨਾਲ ਧੱਕਾ ਹੋਇਆ। ਤਾਂ ਉਹ ਕਹਿੰਦੇ ਆ ਵੀ ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਜ਼ਿਆਦਾ ਕੇਸ ਵਧੇ ਨੇ, ਤਾਂ ਕਰਕੇ ਵੀ ਇਹ ਐਕਟ ਆ ਜਿਹੜਾ ਇਹਨੂੰ ਰਿਪੀਲ ਕੀਤਾ ਜਾਣਾ ਚਾਹੀਦਾ। ਤਾਂ ਕਾਫੀ ਕਮੇਟੀਜ਼ ਬਣੀਆਂ ਨੇ ਇਹਨਾਂ ਨੇ ਜਿਨ੍ਹਾਂ ਨੂੰ ਇਹਦੇ ਮਤਲਬ ਕਿ ਖਿਲਾਫ ਗੱਲਾਂ ਕਹੀਆਂ ਨੇ, ਤਾਂ ਕਰਕੇ ਹਮੇਸ਼ਾ ਇਹ ਕੰਟਰੋਵਰਸੀ ਦਾ ਮੁੱਦਾ ਹੀ ਰਹਿੰਦਾ ਗਾ। ਤਾਂ ਉਮੀਦ ਕਰਦਾ ਵੀ ਤੁਹਾਨੂੰ ਆਪਸਪਾ ਐਕਟ ਦੇ ਬਾਰੇ ਕਲੀਅਰ ਹੋ ਗਿਆ ਹੋਊਗਾ। ਤਾਂ ਇਹ ਆਪਣਾ ਨਿਊਜ਼ ਦੇ ਵਿੱਚ ਰਿਹਾ ਸੀ। ਤਾਂ ਅੱਜ ਦੀ ਵੀਡੀਓ ਦਾ ਅਗਰ ਕਿਸੇ ਨੂੰ PDF ਚਾਹੀਦਾ, ਉਹ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦਾ, ਔਰ ਇੱਥੇ ਹੋਰ ਵੀ ਕਰੰਟ ਦੇ ਕੁਐਸਚਨ ਜਾਂ ਫਿਰ PDF ਵਗੈਰਾ ਨੇ ਜਿਹੜੇ ਉਹ ਸ਼ੇਅਰ ਕੀਤੇ ਜਾਂਦੇ ਆ, ਤੁਸੀਂ ਇਹਨੂੰ ਵੀ ਜੁਆਇਨ ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਸਬਸਕ੍ਰਾਈਬ ਕਰ ਲਿਓ। ਜੇ ਕਿਸੇ ਦਾ ਕੋਈ ਡਾਊਟ ਆ ਦੈਨ ਉਹ ਤੁਸੀਂ ਇੱਥੇ ਵੀ ਪੋਸਟ ਕਰ ਸਕਦੇ ਹੋ ਕਮੈਂਟ ਦੇ ਵਿੱਚ, ਔਰ ਨਹੀਂ ਫਿਰ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਜੁਆਇਨ ਕਰੋ, ਉੱਥੇ ਵੀ ਆਪਣਾ ਕੋਈ ਡਾਊਟ ਆ ਉਹ ਛੱਡ ਸਕਦੇ ਹੋ, ਤੁਹਾਡਾ ਡਾਊਟ ਕਲੀਅਰ ਕੀਤਾ ਜਾਊਗਾ। ਔਰ ਵੀਡੀਓ ਦਾ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਅਗਰ ਵੀਡੀਓ ਪਸੰਦ ਆਈ ਦੈਨ ਲਾਈਕ ਕਰਨਾ ਨਾ ਭੁੱਲਿਓ। ਵੀਡੀਓ ਦੇਖਣ ਦੇ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।